गुड मॉर्निंग +1 क्लास। ਅੱਜ ਦਾ ਜੋ ਟੌਪਿਕ ਆਪਾਂ ਕਰਨ ਲੱਗੇ ਆ ਆਪਣੇ ਟੌਪਿਕ ਦਾ ਨਾਮ ਹੈ ਪ੍ਰੋਜੈਕਟਾਈਲ ਮੋਸ਼ਨ। ਜੋ ਮੋਸ਼ਨ ਚੈਪਟਰ ਚੱਲ ਰਿਹਾ ਸੀ ਆਪਣਾ, ਉਹਦੇ ਵਿੱਚ ਪੜ੍ਹ ਰਹੇ ਪ੍ਰੋਜੈਕਟਾਈਲ ਦਾ ਮੋਸ਼ਨ ਸਟੱਡੀ ਕਰਨਾ ਆਪਾਂ ਨੇ। ਸਭ ਤੋਂ ਪਹਿਲਾਂ ਆਪਾਂ ਨੂੰ ਪ੍ਰੋਜੈਕਟਾਈਲ ਪਤਾ ਹੋਣਾ ਚਾਹੀਦਾ ਕੀ ਹੈ ਨਾ। ਪ੍ਰੋਜੈਕਟਾਈਲ ਮੋਸ਼ਨ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਕੀ ਪਤਾ ਹੋਣਾ ਚਾਹੀਦਾ, ਵਟ ਇਜ਼ ਪ੍ਰੋਜੈਕਟਾਈਲ। ਤਾਂ ਉਹ ਪ੍ਰੋਜੈਕਟਾਈਲ ਕੀ ਹੁੰਦਾ, ਐਨੀ ਆਬਜੈਕਟ ਇਜ਼ ਸੈਡ ਟੂ ਬੀ ਪ੍ਰੋਜੈਕਟਾਈਲ। ਕਿਸੇ ਵੀ ਆਬਜੈਕਟ ਨੂੰ ਆਪਾਂ ਪ੍ਰੋਜੈਕਟਾਈਲ ਕਹਾਂਗੇ, ਸੈਡ ਟੂ ਬੀ projectile if it is moving with some initial velocity, ਇਹ move ਕਰ ਰਿਹਾ ਹੋਵੇ ਕੁਝ initial velocity ਨਾਲ, and cover some distance, ਦੂਰੀ ਤੈਅ ਕਰੇ, and then fall under the effect of gravity। ਕੀ ਹੋਵੇ, ਕੋਈ ਵੀ ਚੀਜ਼ ਜਿਹੜੀ ਕੁਝ ਇਨੀਸ਼ੀਅਲ ਵੈਲੋਸਿਟੀ ਨਾਲ ਮੂਵ ਕਰ ਰਹੀ ਹੋਵੇ ਤੇ ਕੁਝ ਦੂਰ ਜਾ ਕੇ ਜਾਂ ਕੁਝ ਡਿਸਟੈਂਸ ਟਰੈਵਲ ਕਰਕੇ ਉਹ ਚੀਜ਼ ਅਰਥ ਵੱਲ ਨੂੰ ਅਟਰੈਕਟ ਹੋ ਜਾਏ ਡਿਊ ਟੂ ਗ੍ਰੈਵਿਟੀ, ਉਸ ਚੀਜ਼ ਨੂੰ ਆਪਾਂ ਕੀ ਬੋਲਾਂਗੇ, ਪ੍ਰੋਜੈਕਟਾਈਲ। ਫੋਰ ਐਗਜ਼ਾਮਪਲ, ਇੱਥੇ ਇੱਕ ਪਰਸਨ ਏ ਖੜਾ ਹੈ, ਉਹਨੇ ਇੱਕ ਬਾਲ ਥਰੋ ਕੀਤੀ ਵਿਦ ਸਮ ਵੈਲੋਸਿਟੀ u। ਬਾਲ ਕੀ ਕਰੂਗੀ, ਕੁਝ ਡਿਸਟੈਂਸ ਟਰੈਵਲ ਕਰੂਗੀ, ਜਿੰਨਾ ਕੁ ਉਹਦੀ ਵੈਲੋਸਿਟੀ ਹੋਈ ਉਹਦੇ ਅਕੋਰਡਿੰਗ। ਫਿਰ ਕੀ ਕਰੂ, ਉਹ ਗ੍ਰੈਵਿਟੀ ਉਹਨੂੰ ਆਪਣੇ ਖਿੱਚੂ ਤੇ ਉਹ ਬੀ ਜਗ੍ਹਾ 'ਤੇ ਜਾ ਕੇ ਜਾਂ ਬੀ ਪਲੇਸ 'ਤੇ ਜਾ ਕੇ ਕੀ ਹੋ ਜਾਊਗੀ, ਅਰਥ ਵੱਲ ਅਟਰੈਕਟ ਹੋ ਜਾਏਗੀ। ਦੈਟ ਮੋਸ਼ਨ ਇਜ਼ ਕਾਲਡ ਪ੍ਰੋਜੈਕਟਾਈਲ। ਮਤਲਬ ਮੋਸ਼ਨ ਆਫ ਅ ਬਾਲ, ਮੋਸ਼ਨ ਆਫ ਥਰੋਨ ਬਾਲ ਬਾਈ ਬॉय, ਕਿਸੇ ਬੱਚੇ ਨੇ ਗੇਂਦ ਸਿੱਟੀ। ਮੋਸ਼ਨ ਆਫ ਅ ਸਟੋਨ, ਆਪਾਂ ਸਟੋਨ ਜਾ ਕੇ ਸੱਟਿਆ, ਸਟੋਨ ਦਾ ਮੋਸ਼ਨ ਵੀ ਕਾਹਦਾ ਮੋਸ਼ਨ ਹੋਏਗਾ, ਇੱਕ ਤਰ੍ਹਾਂ ਦਾ ਪ੍ਰੋਜੈਕਟਾਈਲ ਦਾ ਮੋਸ਼ਨ ਹੋਏਗਾ। ਆਪਾਂ ਮੰਨ ਲਓ ਟ੍ਰੇਨ ਦੇ ਵਿੱਚ ਟਰੈਵਲ ਕਰ ਰਹੇ ਹਾਂ, ਆਪਣੇ ਚਿਪਸ ਖਾਦਾ, ਚਿਪਸ ਦਾ ਪੈਕਟ ਆਪਾਂ ਬਾਹਰ ਸਿੱਟਦਾ ਵਿੰਡੋ ਵਿੱਚ ਦੀ, ਤਾਂ ਉਹਦਾ ਮੋਸ਼ਨ ਵੀ ਪ੍ਰੋਜੈਕਟਾਈਲ ਦਾ ਮੋਸ਼ਨ ਹੋਏਗਾ। ਚੀਜ਼ ਪਹਿਲਾਂ ਕੁਝ ਡਿਸਟੈਂਸ ਟਰੈਵਲ ਕਰੂਗੀ, ਫਿਰ ਗ੍ਰੈਵਿਟੀ ਕਰਕੇ ਨੀਚੇ ਵੱਲ ਖਿੱਚ ਜੂਗੀ। ਇਸ ਤਰ੍ਹਾਂ ਦੇ ਮੋਸ਼ਨ ਆਪਾਂ ਕਿਹੜਾ ਮੋਸ਼ਨ ਕਹਿ ਦਿੰਦੇ ਹਾਂ, ਪ੍ਰੋਜੈਕਟਾਈਲ ਮੋਸ਼ਨ। ਹੁਣ ਜਿਹੜਾ ਪ੍ਰੋਜੈਕਟਾਈਲ ਮੋਸ਼ਨ ਹੁੰਦਾ ਹੈ ਕਿਸੇ ਵੀ ਪ੍ਰੋਜੈਕਟਾਈਲ ਦਾ, ਪ੍ਰੋਜੈਕਟਾਈਲ ਦਾ ਮਤਲਬ ਸਮਝ ਗਏ ਨਾ, ਸਿੱਟਣਾ। ਪ੍ਰੋਜੈਕਟਾਈਲ ਦਾ ਮੋਸ਼ਨ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਹੁੰਦਾ ਹੌਰੀਜੈਂਟਲ ਮੋਸ਼ਨ, ਜਿਹਨੂੰ ਆਪਾਂ ਹੌਰੀਜੈਂਟਲ ਪ੍ਰੋਜੈਕਸ਼ਨ ਕਹਿੰਦੇ ਆ, ਇੱਕ ਹੁੰਦਾ ਐਂਗੂਲਰ ਪ੍ਰੋਜੈਕਸ਼ਨ। ਹੌਰੀਜੈਂਟਲ ਪ੍ਰੋਜੈਕਸ਼ਨ ਤੇ ਐਂਗੂਲਰ ਪ੍ਰੋਜੈਕਸ਼ਨ। ਇੱਕ ਗੱਲ ਹੋਰ ਧਿਆਨ 'ਚ ਰੱਖੋ, ਜਿਹੜਾ ਵੀ ਪਾਥ ਕਵਰ ਕਰਦਾ ਕੋਈ ਪ੍ਰੋਜੈਕਟਾਈਲ ਜਦੋਂ ਆਪਾਂ ਮੋਸ਼ਨ ਦੇ ਵਿੱਚ ਹੋਊਗਾ, ਉਹਨੂੰ ਆਪਾਂ ਬੋਲਿਆ ਕਰਾਂਗੇ ਟ੍ਰੈਜੈਕਟਰੀ। ਟ੍ਰੈਜੈਕਟਰੀ, ਦਾ ਪਾਥ ਕਵਰਡ ਬਾਈ ਦਾ ਪ੍ਰੋਜੈਕਟਾਈਲ ਡਿਊਰਿੰਗ ਇਟਸ ਮੋਸ਼ਨ ਇਜ਼ ਕਾਲਡ ਟ੍ਰੈਜੈਕਟਰੀ। ਠੀਕ ਹੈ ਜੀ। ਤਾਂ ਹੁਣ ਪਹਿਲਾਂ ਆਪਾਂ ਹੌਰੀਜੈਂਟਲ ਪ੍ਰੋਜੈਕਸ਼ਨ ਡਿਟੇਲ 'ਚ ਪੜਾਂਗੇ। horizontal projection, horizontal projection ਦੇ ਵਿੱਚ ਕੀ ਹੁੰਦਾ, ਲੈਟ ਅਸ ਸਪੋਜ਼ ਆਪਣੇ ਕੋਲ x ਐਕਸਿਸ ਹੈ, ਆਪਣੇ ਕੋਲ y ਐਕਸਿਸ ਹੈ। ਠੀਕ ਹੈ ਜੀ। ਕੋਈ ਪਰਸਨ ਇੱਥੇ ਖੜਾ ਹੈ ਐਟ ਪੁਆਇੰਟ A ਤੇ, ਉਹਨੇ ਕਿਸ ਚੀਜ਼ ਨੂੰ ਹੌਰੀਜੈਂਟਲੀ ਪ੍ਰੋਜੈਕਟ ਕੀਤਾ ਵਿਦ ਕੁਝ ਵੈਲੋਸਿਟੀ u ਨਾਲ। ਹੌਰੀਜੈਂਟਲ ਪ੍ਰੋਜੈਕਸ਼ਨ ਦਾ ਮਤਲਬ ਕੀ ਹੈ, ਵੈਨ ਯੂ ਪ੍ਰੋਜੈਕਟ ਦਾ ਪਾਰਟੀਕਲ ਜਾਂ ਵੈਨ ਯੂ ਪ੍ਰੋਜੈਕਟ ਦਾ ਪ੍ਰੋਜੈਕਟਾਈਲ ਹੌਰੀਜੈਂਟਲੀ, ਉਹ ਕੀ ਕਰੂਗਾ, ਕੁਝ ਡਿਸਟੈਂਸ ਟਰੈਵਲ ਕਰੂਗਾ, ਦੈਨ ਉਹ ਗ੍ਰੈਵਿਟੀ ਕਰਕੇ ਕੀ ਹੈ, ਐਕਸ ਐਕਸਿਸ ਇਸ ਪੁਆਇੰਟ B ਤੇ ਕੀ ਕਰ ਜੂ, ਉਹ ਫਾਲ ਕਰ ਜੂ। ਇਸ ਤਰ੍ਹਾਂ ਦੇ ਮੋਸ਼ਨ ਆਪਾਂ ਕੀ ਬੋਲਦੇ ਹਾਂ, ਹੌਰੀਜੈਂਟਲ ਪ੍ਰੋਜੈਕਸ਼ਨ। ਮਤਲਬ ਕੀ ਹੋ ਗਿਆ, ਵੈਨ ਯੂ ਪ੍ਰੋਜੈਕਟ ਦਾ ਪ੍ਰੋਜੈਕਟਾਈਲ along horizontal direction, ਕਿਹੜੀ ਡਾਇਰੈਕਸ਼ਨ 'ਚ ਪ੍ਰੋਜੈਕਟ ਕੀਤਾ, horizontal ਮਤਲਬ x axis ਦੇ ਅਕੋਰਡਿੰਗ, with some velocity, with some initial velocity u, ਕੁਝ velocity ਨਾਲ u ਨੂੰ ਪ੍ਰੋਜੈਕਟ ਕੀਤਾ, and this body ਜਾਂ this projectile comes to ground due to gravity at point B। B point ਜਾ ਕੇ ਕੀ ਹੈ, ਉਹ ਅਰਥ ਵੱਲ ਅਟਰੈਕਟ ਹੋ ਜਾਏਗੀ ਤੇ B point ਜਾ ਕੇ ਕੀ ਹੈ, ਉਹ ਫਾਲ। ਇਸ ਤਰ੍ਹਾਂ ਨੂੰ ਕੀ ਬੋਲਦੇ हैं, हॉरिजॉन्टल प्रोजेक्शन। फिर ਇਹਦੇ ਵਿੱਚ ਨੈਕਸਟ ਕੀ ਹੈ, अपने ना मोशन स्टडी करना ना, अपन टॉपिक तो ये स्टडी द मोशन ऑफ हॉरिजॉन्टल प्रोजेक्शन। ਇਹਦੇ ਵਿੱਚ ਆਪਾਂ ਤਿੰਨ ਚੀਜ਼ਾਂ फाइंड करा करांगे। पहली चीज़ का फाइंड करा करांगे पाथ,
पाथ ऑफ प्रोजेक्टाइल कड्ढिया करांगे, किहड़ा पाथ कवर कर रहे ऑब्जेक्ट। फिर आप कड्ढिया करांगे टाइम ऑफ फ्लाइट, चाहे हॉरिजेंटल है चाहे वो एंगुलर है, दोनों सेम चीज़, टाइम ऑफ फ्लाइट। तीसरा आप कराया करांगे हॉरिजेंटल रेंज, इस चीज़ से हॉरिजेंटल रेंज करना क्योंकि हॉरिजेंटल की हो सकते हैं। चौथे केस आप की फाइंड करांगे वेलोसिटी ऑफ ऑब्जेक्ट, वेलोसिटी ऑब्जेक्ट कह लो या प्रोजेक्टाइल कह लो, वेलोसिटी ऑफ प्रोजेक्टाइल एट एनी टाइम, किसी भी टाइम पर वेलोसिटी ਨੂੰ फाइंड कर ले कह दें तो वह भी आप ਇਹਦੀ हेल्प ਨਾਲ की है फाइंड आउट कर सकते हैं। पहला कर लगे पाथ ऑफ प्रोजेक्टाइल, ਕਿਹੜਾ पाथ कवर किया, कि ट्रैजेक्टरी कवर की है। ठीक है, लेट अस सपोज आप बना लिया, एक्स एक्सिस है, वाई एक्सिस है, इतों सपोज करो आ ए पॉइंट आप चीज़ सीती तो वो ग्रेविटी करके बी पॉइंट पर फॉल कर गई, मैं तो रीजन है तो आ हाइट कितनी बननी आप एच बनाएंगे। ठीक है जी, हूँ देखो ऑब्जेक्ट की कुछ वेलोसिटी कि इनिशियल वेलोसिटी यू सी, ਹੁਣ ਜਿਹੜਾ ਪਾਰਟੀਕਲ ਹੈ ਉਹ ਪਾਰਟੀਕਲ ਕਿਹੜੇ ਪਲੇਨ 'ਚ मूव कर रहे, एक्स वाई प्लेन ਦੇ ਵਿੱਚ, ਹੈ ਨਾ। ਪਹਿਲਾਂ ਕੁਛ ਦੂਰੀ ਤੱਕ ਉਹ ਜਿਵੇਂ ਜਦੋਂ ਉਹਦੀ ਇਨੀਸ਼ੀਅਲ ਵੈਲੋਸਿਟੀ ਯੂ ਸੀਗੀ, ਜਦੋਂ ਉਹਨੂੰ ਗ੍ਰੈਵਿਟੀ ਨੇ ਆਪਣੇ ਵੱਲ ਅਟਰੈਕਟ ਨਹੀਂ ਕੀਤਾ ਸੀ ਉਦੋਂ ਐਕਸ ਵੱਲ ਗਿਆ, ਜਦੋਂ ਗ੍ਰੈਵਿਟੀ ਨੇ ਆਪਾਂ ਨੂੰ ਅਟਰੈਕਟ ਕਰਨਾ ਸ਼ੁਰੂ ਕਰਤਾ ਤਾਂ ਉਹ ਕਿੱਧਰ ਆ ਗਿਆ, ਵਾਈ ਪਲੇਨ 'ਚ, ਵਾਈ ਐਕਸਿਸ 'ਚ ਚਲਾ ਗਿਆ ਨਾ। ਤਾਂ ਇਹਦਾ ਮਤਲਬ ਇੱਥੇ ਜਿਹੜਾ ਪਾਰਟੀਕਲ ਉਹ ਐਕਸ ਵਾਈ ਪਲੇਨ ਦੋਨਾਂ 'ਚ मूव कर रहे, ਤਾਂ ਇੱਥੇ ਆਪਾਂ ਨੂੰ ਇਹਦਾ ਮੋਸ਼ਨ ਦੋਨੋਂ ਵੇ ਦੇ ਅਕੋਰਡਿੰਗ ਸਟੱਡੀ ਕਰਨਾ ਪਊਗਾ। ਪਹਿਲਾਂ ਲਿਖਾਂਗੇ ਆਪਾਂ ਅਲੋਂਗ ਐਕਸ एक्सिस, पहला कि डायरेक्शन के मोशन होएगा इहदा अलॉन्ग एक्स एक्सिस। ठीक है जी, हुण देखो ये जो बॉडी है ये कुछ डिसप्लेसमेंट कवर कर रहा है, तो आप फॉर्मूला लगाएंगे एस इज इक्वल टू यू टी प्लस पाथ कढ़ना है, मतलब डिस्टेंस कढ़ना है ना, डिस्टेंस के लिए फॉर्मूला लावांगे, एक्स कढ़ना तो इतने एक्स बोलो। ठीक है, ठीक है जी, एस एक्स इज द डिस्प्लेसमेंट कवर अलॉन्ग एक्स एक्सिस, यू एक्स द वेलोसिटी ऑफ द प्रोजेक्टर अलॉन्ग एक्स एक्सिस, ए एक्स इज द एक्सेलरेशन अलॉन्ग एक्स एक्सिस। हूँ देखो एक्स वाले पासे गल करनी है, इन्हें क्वेश्चन नंबर 1 मान लो, एक्स एक्स में मैं एक्स सपोज कर ला बिकॉज द डिस्टेंस कैवर्ड है जो अलॉन्ग एक्स एक्सिस सपोज करो एक्स है, यू एक्स इनिशियल वेलोसिटी अलॉन्ग एक्स एक्सिस कितनी अपनी कल यू, ये अपने बॉडी में किधर सिटिया सीगा, हॉरिजेंटल सिटिया सी, वेलोसिटी यू सीगी। ए एक्स की है एक्सेलरेशन, देखो जी यू है वो कॉन्सटेंट है, जो कॉन्सटेंट चीज़ का डेरीवेटिव करते होंगे हो डी यू बाई डी एक्स एक्सेलरेशन बनाने तो जीरो आ जाएगा, ये मतलब एक्सेलरेशन ए एक्स वाले पासे तो की हो जाएगी जीरो। ठीक है जी, ये चीज़ पुट कर दो। क्वेश्चन नंबर 1 आ तीन कंडीशंस, एक्स इज इक्वल टू यू टी बन गया, तो टी कट लो, टोटल की बन गया एक्स बाई यू। क्वेश्चन नंबर 2 एक्स का मोशन स्टडी हो गया, फिर कर लो अलॉन्ग वाई एक्सिस, अलॉन्ग वाई एक्सिस, तो क्वेश्चन वाई लिख लोगे एस वाई इज इक्वल टू यू वाई टी प्लस ए वाई टी स्क्वायर, है ना। एस वाई डिस्प्लेसमेंट अलॉन्ग वाई एक्सिस, मतलब इतों बाद की गल हो रही है ना, आप वाई सपोज कर लेंगे, यू वाई तो कल की है जीरो, क्योंकि इनिशियल वेलोसिटी एक्स वाले पास है ना कि वाई वाले पास, है ना। वाई वाले पास अपने कोई वेलोसिटी यू इतने इनिशियल डिनोट कर रहे हैं, तो जी इनिशियल वेलोसिटी है वो वाई डायरेक्शन की है जीरो है, प्लस 1/2 ए वाई मतलब जी वाई वाले पास एक्सेलरेशन वो की है जी ग्रेविटी, क्योंकि अर्थ अपने खिंच रही है तो ये वाई वाले पास ग्रेविटी लगेगी, तो कितना हो गया, तो कुल मिला के बन गई वाई का बराबर बन गया, तो ये वाई शुड इक्वल टू 1/2 जी टी स्केयर बन गया, है ना। पुट वैल्यू ऑफ टी, क्वेश्चन नंबर 2 तो कोल है, ये पुट कर दो, मैं क्वेश्चन नंबर 3 सपोज कर लिया, वाई तो की बन जाओ 1/2 जी एक्स बाई यू का स्केयर बन गया, तो की बन गया 1/2 जी एक्स स्केयर बाई यू स्केयर, एक्स स्केयर इधर रखो बाकी सारा कुछ उधर ले जाओ, की बन गया यू स्केयर बाई जी इंटू वाई बराबर एक्स स्केयर बन गया। एक स्टैंडर्ड इक्वेशन होंगी है कोनिक सैक्शन के
ਤੁਸੀਂ ਪੜ੍ਹਿਆ ਹੋਊਗਾ x ਸਕੁਏਅਰ ਇਜ਼ ਇਕੁਅਲ ਟੂ 4ay। ਇਹ ਕੁਐਸਚਨ ਡਿਨੋਟ ਕਰਦੀ ਹੁੰਦੀ ਹੈ ਪੈਰਾਬੋਲਾ ਨੂੰ, ਪੈਰਾਬੋਲਿਕ ਪਾਥ। ਜਿਹੜੀ ਆਪਣੀ ਇਕੁਏਸ਼ਨ ਬਣੀ ਹੈ ਉਹ ਵੀ ਕੁਛ ਇਸੇ ਤਰ੍ਹਾਂ ਦੀ ਹੈ। ਆਪਣੀ ਇਕੁਏਸ਼ਨ ਦੇ ਵਿੱਚ x ਸਕੁਏਅਰ ਹੈਗਾ, ਇੱਧਰ ਵੀ ਹੈਗਾ, y ਵੀ ਹੈਗਾ। ਦੈਟ ਮੀਨਸ ਆਹ ਜਿਹੜੀ ਚੀਜ਼ ਹੈ ਇਹ ਕੌਂਸਟੈਂਟ ਹੋਣੀ ਚਾਹੀਦੀ ਹੈ। ਦੋ ਕੌਂਸਟੈਂਟ ਹੈ, u ਸਕੁਏਅਰ ਕੌਂਸਟੈਂਟ ਹੈ, g ਕੌਂਸਟੈਂਟ। ਦੈਟ ਮੀਨਸ ਇਹਨੂੰ ਮੈਂ ਐਂ ਲਿਖ ਸਕਦਾ ਇਸ ਇਕੁਏਸ਼ਨ ਨੂੰ, x ਸਕੁਏਅਰ ਇਜ਼ ਇਕੁਅਲ ਟੂ ky। ਠੀਕ ਹੈ, ਤਾਂ ਇਹ ਕਾਹਦੀ ਇਕੁਏਸ਼ਨ ਬਣ ਗਈ ਆਪਣੇ ਕੋਲ, ਪੈਰਾਬੋਲਾ ਦੀ। ਦੈਨ ਆਪਾਂ ਇਹ ਕਹਿ ਸਕਦੇ ਹਾਂ ਪ੍ਰੋਜੈਕਟਿਲ ਕਿਹੜਾ ਪਾਥ ਕਵਰ ਕਰ ਰਿਹਾ ਡਿਊਰਿੰਗ ਇਟਸ ਮੋਸ਼ਨ, ਪੈਰਾਬੋਲਾ ਪਾਥ। ਇਟ ਵਿਲ ਕਵਰ ਪੈਰਾਬੋਲਿਕ ਪਾਥ। ਠੀਕ ਹੈ ਜੀ, ਤੁਹਾਡਾ ਫਸਟ ਜਿਹੜਾ ਸਬ ਟੌਪਿਕ ਹੈ, ਸਬ ਕੰਟੈਂਟ ਇਹਦੇ ਵਿੱਚ ਪਾਥ ਕਿਹੜਾ ਕਵਰ ਕਰੇਗਾ, ਪੈਰਾਬੋਲਾ। ਉਹ ਕੰਪਲੀਟ ਹੈ। ਸੈਕਿੰਡ ਆਪਾਂ ਇਹਦੇ ਵਿੱਚ ਕੀ ਅਸੀਂ ਫਾਈਂਡ ਕਰਿਆ ਕਰਾਂਗੇ, ਟਾਈਮ ਆਫ ਫਲਾਈਟ। ਫਲਾਈਟ ਦਾ ਮਤਲਬ ਇੱਥੇ ਰਿਮੇਨਸ ਇਨ ਏਅਰ ਹੈ, ਕਿੰਨਾ ਟਾਈਮ ਆਬਜੈਕਟ ਕਾਹਦੇ ਵਿੱਚ ਰਿਹਾ, ਏਅਰ 'ਚ ਰਿਹਾ। ਤਾਂ ਟਾਈਮ ਆਫ ਫਲਾਈਟ ਨੂੰ ਡਿਫਾਈਨ ਕਰਾਂਗੇ, ਇਟ ਇਜ਼ ਅ ਟਾਈਮ during which projectile remain in air। ਧਰਤੀ ਤੇ ਡਿੱਗਣ ਤੋਂ ਪਹਿਲਾਂ ਗ੍ਰੈਵਿਟੀ ਦੇ ਇਫੈਕਟ ਕਰਕੇ ਧਰਤੀ ਤੇ ਡਿੱਗਣ ਤੋਂ ਪਹਿਲਾਂ ਕਿੰਨਾ ਟਾਈਮ ਜਿਹੜਾ ਪ੍ਰੋਜੈਕਟਾਈਲ ਹੈ ਉਹ ਹਵਾ ਦੇ ਵਿੱਚ ਰਿਹਾ, ਹੁਣ ਆਪਾਂ ਕੀ ਬੋਲਾਂਗੇ, ਟਾਈਮ ਆਫ ਫਲਾਈਟ। ਠੀਕ ਹੈ ਜੀ, ਡਾਇਗਰਾਮ ਬਣਾ ਲਓ ਪਹਿਲਾਂ। एक्स एक्सिस है, वाई एक्सिस है, आ डिस्टेंस आप एच मान लिया। ठीक है जी, आ ओ है, आ वेलोसिटी। ਹੁਣ देखो टाइम ऑफ फ्लाइट का मतलब नीचे गिरन वाला डिस्टेंस है ना, जब बॉडी किधर प्रोजेक्ट हो रही है, डाउनवर्ड तो आप क्वेश्चन कि वरतांगे वाई एक्सिस वाली, जी वाई एक्सिस से मोशन स्टडी करनी है। तो वाई एक्सिस की बन जाऊगी एस वाई इज इक्वल टू यू वाई प्लस 1/2 ए वाई टी स्क्वायर बन जाएगा। इतने एस वाई हम बॉडी इतों टी तक किधर जा रही है, डाउनवर्ड जा रही है। दैट मीन इतने अपना एस वाई तो बन जूगा एच दे, क्योंकि अपनी जी हाइट मनी हुई है उस जितों स्टोन प्रोजेक्ट कर रहे हो कि मैंने एच मनी है। ठीक है जी, यू वाई तो 0 आप ऑलरेडी डिफाइन कर चुके हैं। ए वाई तो बराबर है जी के बराबर है, इतने पुट कर दो। एच इज इक्वल टू 1/2, अच्छा टी में कैपिटल टी सपोज कर लो, टाइम ऑफ फ्लाइट अपनी सुविधा ली टी स्केयर। तो टी स्केयर तो की बन गया 2h/g बन गया, तो टी के तो की बन जाओ 2h/g का। दिस इज द मैथड, दिस इज द फॉर्मूला टू कैलकुलेट द टाइम ऑफ फ्लाइट। नैक्सट तुहाडे कोल इहदे विच है हॉरिजेंटल रेंज। तीसरा हॉरिजेंटल रेंज। रेंज का मतलब देखो, हॉरिजेंटल रेंज का मतलब की है, इतने तुसीं इत्थों मान लो स्टोन सिट्टिया, वो कितनी दूर जाके डिग्गिया। दिस इज द हॉरिजेंटल रेंज। ओ तो सिट्टिया तुसीं बी ते गया, तुसीं इत्थे ओ भी पता करना है हॉरिजेंटल रेंज कितनी है, तो आप इत्थे आर नाल लिखिया करांगे। ठीक है जी, हॉरिजेंटल रेंज की हो गया, इट इज़ द पाथ और डिस्टेंस कह लो covered by projectile along horizontal direction। horizontal direction ਦੇ ਵਿੱਚ ਉਹਨੂੰ ਪਾਰਟੀਕਲ ਨੇ ਕਿੰਨਾ ਡਿਸਪਲੇਸਮੈਂਟ ਕਵਰ ਕੀਤਾ, ਕਿੰਨਾ ਪਾਥ ਕਵਰ ਕੀਤਾ, ਉਹਨੂੰ ਆਪਾਂ ਕੀ ਬੋਲਾਂਗੇ, ਉਹਦੀ horizontal range। here OB is horizontal range according to our diagram। ਠੀਕ ਹੈ ਜੀ, ਹੁਣ ਦੇਖੋ ਜਿਹੜਾ horizontal range ਹੈ ਉਹ x ਵਾਲੇ ਪਾਸੇ ਹੈ, ਤਾਂ ਕਰਕੇ ਆਪਾਂ ਇਕੁਏਸ਼ਨ ਕਿਹੜੀ ਯੂਜ਼ ਕਰਾਂਗੇ, x ਵਾਲੀ। ठीक है जी, एस एक्स में इतने आर पुट कर लिए, रेंज एक्स वाले पासे, यू एक्स थोड़ा यू हो जाएगा, टी की पुट करांगे आप कैपिटल टी, टाइम ऑफ फ्लाइट। ए एक्स थोड़ा की हो जाऊगा 0, पुट कर लो, आर इज इक्वल टू यू टी बन जाएगा। टी की वैल्यू को पता है ऑलरेडी, टी का बराबर होंगी है TH/2h/g का रूट, तो रूट की बन जाएगा u इंटू 2h/g। दिस इज द मैथड, इधर ही आप फाइंड कर सकते हैं हॉरिजेंटल रेंज पता कर सकते हैं। चौथा टॉपिक है
velocity of projectile at any instant, किसी भी इंस्टेंट को पार्टिकल की वेलोसिटी फाइंड करने ਨੂੰ ਕਹਿ ਦੇਣ। मैं डायग्राम यही बनाऊंगा, ठीक है, बार बार। ਹੁਣ देखो ਜਦੋਂ ਆਪਾਂ ਚੀਜ਼ ਨੂੰ ਸਿੱਟਿਆ ਤਾਂ ਉਹਦੀ ਵੈਲੋਸਿਟੀ u ਸੀਗੀ, ਹਰ ਟਾਈਮ ਤਾਂ ਉਹਦੀ ਵੈਲੋਸਿਟੀ u ਨਹੀਂ ਰਹਿਣੀ। ਮੰਨ ਲਓ ਇੱਥੇ ਜਾ ਕੇ ਇਸ ਪੁਆਇੰਟ ਦੀ ਵੈਲੋਸਿਟੀ v ਹੋ ਗਈ, ਚੇਂਜ ਹੋ ਜੂਗੀ, ਗ੍ਰੈਵਿਟੀ ਕਰਕੇ ਵੈਲੋਸਿਟੀ ਇਨਕਰੀਜ਼ ਹੁੰਦੀ ਹੈ। ਤਾਂ ਲੈਟ ਐਟ ਐਨੀ ਪੁਆਇੰਟ p ਦ ਵੈਲੋਸਿਟੀ ਆਫ ਦ ਪ੍ਰੋਜੈਕਟਾਈਲ ਬਿਕਮ v, ਤਾਂ v ਨੂੰ ਮੈਂ ਦੋ ਕੰਪੋਨੈਂਟ ਤੋੜ ਸਕਦਾ। ਇੱਧਰ ਮੈਂ vx ਲਿਖ ਲਾਂ, ਇੱਧਰ ਮੈਂ vy ਲਿਖ ਲਾਂ, ਹੌਰੀਜ਼ੌਂਟਲ ਕੰਪੋਨੈਂਟ ਵੀ ਹੋਏਗਾ, ਹੈ ਨਾ। दैट मीन v ਨੂੰ मैं लिख सकते vx i कैप प्लस vy, ठीक है। अपना काम है vx कटना तो vy कटना, then अपना टोटल v निकल जाएगा ना। vx दी एक फॉर्मूला होंगे v इज इक्वल टू u प्लस at। ये x की वेलोसिटी कटना तो x पा लो, इतने x पा लो, इतने x पा लो, vx थोड़ा निकल जू। vx थोड़ा कितना ux थोड़ा u होंगे, ax थोड़ा 0 होंगे, ता करके थोड़ा vx का हो गया u के बराबर हो गया। एमें वी वाई कट लो, वी वाई बराबर है यू वाई प्लस ए वाई टी। वी वाई यू भी थोड़ा 0 है, ए भी थोड़ा जी है, ता करके थोड़ा बी वाई का बराबर हो गया जी टी दे। थोड़ा वी एक्स निकल गया, इतने पुट कर दो, थोड़ा बी वाई निकल गया, इतने पुट कर दो, थोड़े को फाइनल वी आ जाएगा यू आई कैप प्लस जी टी। ये थोड़ी वैक्टर फॉर्म आ गई। टोटल वी करना की बन यू का स्केयर प्लस जी का स्केयर टी का स्केयर, सारे का की कर दो स्केयर रूट। दिस इज योर फाइनल वेलोसिटी ऑफ द पार्टिकल एट एनी टाइम। दिस इज द फर्स्ट टॉपिक ऑफ योर प्रोजेक्टाइल मोशन, हॉरिजॉन्टल मोशन। नेक्स्ट आप नेक्स्ट वीडियो करांगे एंगुलर प्रोजेक्शन।